ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲਟਰ ਗੁਰਜਿਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵਿੱਚ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਬਾਹਰਲੇ ਮੁਲਕ ਪੰਜਾਬੀਆਂ ਵਾਸਤੇ ਬੰਦ ਕਰਨ ਲੱਗੇ ਦਰਵਾਜ਼ੇ। ਕੈਨੇਡਾ ਆਸਟ੍ਰੇਲੀਆ ਤੋਂ ਬਾਅਦ UK ਵੀ ਸਖਤ। ਕੈਨੇਡਾ ਅਮਰੀਕਾ ਸਰਹੱਦ ਤੇ 4 ਭਾਰਤੀਆਂ ਦੀ ਹੋਈ ਸੀ ਮੌਤ। ਦੋਸ਼ੀ ਦਾ ਬਿਆਨ ਆਇਆ ਸਾਹਮਣੇ। ਦਿਵਾਲੀਆ ਹੋਣ ਤੋਂ ਬਚਿਆ ਅਮਰੀਕਾ। ਰਾਸ਼ਟਰਪਤੀ ਬਾਈਡਨ ਅਤੇ ਕੇਵਿਨ ਵਿਚਾਲੇ ਹੋਇਆ ਕਰਜ਼ਾ ਸਮਝੌਤਾ। ਕੈਨੇਡਾ 'ਚ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਗੋਲੀਆਂ ਮਾਰ ਕੇ ਕਤਲ। ਨਿਊ ਮੈਕਸੀਕੋ ਦੇ ਵਿੱਚ ਮੋਟਰਸਾਈਕਲ ਰੈਲੀ ਦੌਰਾਨ ਗੋਲੀਬਾਰੀ, 3 ਲੋਕਾਂ ਦੀ ਮੌਤ, 5 ਜ਼ਖਮੀ। ਨੈਂਸੀ ਪੈਲੋਸੀ ਦੇ ਟੇਬਲ ਤੇ ਪੈਰ ਰੱਖਣ ਵਾਲੇ ਟਰੰਪ ਦੇ ਸਮਰਥਕ ਨੂੰ ਮਿਲੀ 20 ਸਾਲ ਦੀ ਸਜ਼ਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਹਾਲ ਹੀ ਵਿੱਚ ਬ੍ਰਿਟੇਨ ਸਰਕਾਰ ਵੱਲੋਂ ਸਪਾਊਸ ਵੀਜ਼ਾ ਸੰਬੰਧੀ ਨਿਯਮਾਂ 'ਚ ਬਦਲਾਅ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਹੁਣ ਜਨਵਰੀ 2024 ਤੋਂ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਇਸ ਨਿਯਮ ਦੇ ਆਧਾਰ ਤੇ ਹੀ UK ਦਾ ਵੀਜ਼ਾ ਮਿਲੇਗਾ। ਖਾਸ ਗੱਲ ਇਹ ਹੈ ਕਿ ਕਈ ਵਾਰ ਪੰਜਾਬੀ ਜਾਂ 10ਵੀਂ ਪਾਸ ਪਤੀ ਪਤਨੀ ਵੀ ਸਪਾਊਸ ਵੀਜ਼ਾ ਤੇ ਵਿਦੇਸ਼ ਜਾਂਦੇ ਨੇ, ਪਰ ਵੱਧਦੀ ਮਾਈਗ੍ਰੇਸ਼ਨ, ਕੰਟਰੈਕਟ ਮੈਰਿਜ ਆਦਿ ਦੀ ਸਮੱਸਿਆ ਅਤੇ ਗੰਭੀਰ ਵਿਦਿਆਰਥੀਆਂ ਦੀ ਅਣਹੋਂਦ ਕਾਰਨ ਇਹ ਬਦਲਾਅ ਕੀਤੇ ਗਏ ਨੇ। ਇਹਨਾਂ ਨਿਯਮਾਂ ਦੇ ਪ੍ਰਭਾਵ ਦੇ ਨਾਲ ਗੰਭੀਰ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆਏਗੀ, ਪਰ ਉੱਥੇ ਰਹਿੰਦਿਆਂ ਸਟੱਡੀ ਵੀਜ਼ਾ ਤੋਂ ਵਰਕ ਵੀਜ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪਹਿਲਾਂ ਪੜ੍ਹਾਈ ਪੂਰੀ ਹੋਣ ਦੀ ਉਡੀਕ ਕਰਨੀ ਪਏਗੀ। ਉਸ ਤੋਂ ਬਾਅਦ ਉਹ ਵਰਕ ਵੀਜ਼ਾ ਲਈ ਅਪਲਾਈ ਕਰ ਸਕਦੇ ਨੇ। ਇਸ ਦੇ ਨਾਲ ਹੀ ਆਸਟ੍ਰੇਲੀਆ ਦੀਆਂ ਕੁਝ ਯੂਨੀਵਰਸਿਟੀਜ਼ ਨੇ ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਦੇ ਵਿਦਿਆਰਥੀਆਂ ਨੂੰ ਦਾਖਲਾ ਨਾ ਦੇਣ ਦਾ ਫੈਸਲਾ ਕੀਤਾ ਸੀ। ਇਸ ਦਾ ਅਸਰ ਵਿਦਿਆਰਥੀਆਂ ਤੇ ਪੈ ਸਕਦਾ ਹੈ। ਇਹ ਫੈਸਲਾ ਵੀ ਕੋਰਸ ਅੱਧ ਵਿਚਾਲੇ ਛੱਡ ਕੇ ਯੂਨੀਵਰਸਿਟੀ ਤੋਂ ਕਾਲਜ ਵੱਲ ਜਾਣ ਵਾਲੇ ਵਿਦਿਆਰਥੀਆਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਲਿਆ ਗਿਆ ਹੈ। ਮਾਹਿਰਾਂ ਦੇ ਅਨੁਸਾਰ ਇਹਨਾਂ ਤਬਦੀਲੀਆਂ ਦਾ ਗੰਭੀਰ ਵਿਦਿਆਰਥੀਆਂ ਤੇ ਕੋਈ ਅਸਰ ਨਹੀਂ ਪਏਗਾ, ਪਰ ਦੂਸਰੇ ਪ੍ਰਭਾਵਿਤ ਹੋ ਸਕਦੇ ਨੇ। ਜ਼ਰੂਰੀ ਗੱਲ ਇਹ ਹੈ ਕਿ 2022 ਦੀ ਰਿਪੋਰਟ ਦੇ ਅਨੁਸਾਰ ਕੈਨੇਡਾ, UK ਅਤੇ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਲੋਕ, ਯਾਨੀ ਕਿ ਲੱਖਾਂ ਦੇ ਹਿਸਾਬ ਦੇ ਨਾਲ ਵਿਦਿਆਰਥੀ ਭਾਰਤ ਤੋਂ ਆਉਂਦੇ ਨੇ। ਇਹਨਾਂ ਵਿੱਚੋਂ ਪੰਜਾਬ ਦੇ 75,000 ਤੋਂ ਵੱਧ ਵਿਦਿਆਰਥੀ ਇਹਨਾਂ 3 ਦੇਸ਼ਾਂ ਦੇ ਵਿੱਚ ਪੜ੍ਹ ਰਹੇ ਨੇ। ਕੁੱਲ ਵਿਦਿਆਰਥੀਆਂ ਦੇ ਵਿੱਚੋਂ ਕੈਨੇਡਾ ਦੇ ਵਿੱਚ 20 ਤੋਂ 30% ਅਤੇ ਹੋਰ ਦੇਸ਼ਾਂ ਦੇ ਵਿੱਚ 10 ਤੋਂ 15% ਪੰਜਾਬ ਦੇ ਨੇ। ਅਜਿਹੇ 'ਚ ਨਿਯਮਾਂ 'ਚ ਬਦਲਾਅ ਨਾਲ ਇਹ ਗਿਣਤੀ ਘੱਟ ਹੋ ਸਕਦੀ ਹੈ। ਕੈਨੇਡਾ ਵੱਲੋਂ ਵੀਜ਼ਾ ਜਾਰੀ ਕਰਨ ਦੇ ਲਈ ਸਖਤ ਨਿਯਮ ਲਾਗੂ ਕੀਤੇ ਜਾਣ ਤੋਂ ਬਾਅਦ ਦੂਜੇ ਦੇਸ਼ਾਂ ਦੇ ਵਿੱਚ ਅਰਜ਼ੀਆਂ ਵਿੱਚ ਵਾਧਾ ਹੋਇਆ ਸੀ, ਪਰ ਕੁੱਲ ਮਿਲਾ ਕੇ 30-40% ਦੀ ਗਿਰਾਵਟ ਆਈ ਹੈ। ਅਜਿਹੀ ਸਥਿਤੀ ਦੇ ਵਿੱਚ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਬਹੁਤ ਸਾਰੇ ਵਿਦਿਆਰਥੀ ਭਾਰਤ ਵਿੱਚ ਉੱਚ ਸਿੱਖਿਆ ਦੇ ਲਈ ਦਾਖਲਾ ਲੈ ਰਹੇ ਨੇ। ਫਲੋਰੀਡਾ ਦੇ ਇੱਕ ਵਿਅਕਤੀ ਨੇ ਕੈਨੇਡਾ ਅਮਰੀਕਾ ਸਰਹੱਦ ਤੋਂ ਕੁਝ ਕਦਮਾਂ ਦੀ ਦੂਰੀ ਤੇ ਪਿਛਲੇ ਸਾਲ ਇੱਕ ਭਾਰਤੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਦੇ ਮਾਮਲੇ 'ਚ ਮਨੁੱਖੀ ਤਸਕਰੀ ਦਾ ਦੋਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਖੁਦ ਨੂੰ ਬੇਕਸੂਰ ਦੱਸਿਆ। ਗ੍ਰੈਂਡ ਫੋਰਕਸ ਹੈਰਾਲਡ ਅਖਬਾਰ ਦੀ ਖਬਰ ਦੇ ਮੁਤਾਬਕ ਸਟੀਵ ਸ਼ੈਡ ਜਨਵਰੀ 2022 ਦੀ ਕੜਾਕੇ ਦੀ ਸਰਦੀ ਦੌਰਾਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਭਾਰਤ ਤੋਂ ਅਮਰੀਕਾ 'ਚ ਪ੍ਰਵਾਸੀਆਂ ਨੂੰ ਲਿਆਉਣ ਦਾ ਦੋਸ਼ੀ ਹੈ। ਔਰ ਜਦੋਂ ਮਿਨੀਸੋਟਾ ਮੈਜਿਸਟ੍ਰੇਟ ਜੱਜ ਲਿਊ ਨੇ ਸ਼ੈਡ ਨੂੰ ਪੁੱਛਿਆ ਕਿ ਉਹ ਦੋਸ਼ਾਂ ਬਾਰੇ ਕੀ ਕਹੇਗਾ, ਤਾਂ ਉਸਨੇ ਕਿਹਾ ਕਿ ਮੈਂ ਇਹਨਾਂ ਦੋਸ਼ਾਂ ਨੂੰ ਸਵੀਕਾਰ ਨਹੀਂ ਕਰਦਾ। ਸ਼ੈਡ ਨੂੰ ਜਨਵਰੀ 2022 ਦੇ ਵਿੱਚ ਉੱਤਰੀ ਮਿਨੀਸੋਟਾ ਦੇ ਇੱਕ ਦੂਰ ਦਰਾਡੇ ਇਲਾਕੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਕੈਨੇਡਾ ਪ੍ਰੈਸ ਨਿਊਜ਼ ਏਜੰਸੀ ਨੇ ਦੱਸਿਆ ਕਿ 4 ਲੋਕਾਂ ਦੀਆਂ ਲਾਸ਼ਾਂ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੂੰ ਮੈਨੀਟੋਬਾ ਵਿੱਚ ਕੈਨੇਡਾ ਅਮਰੀਕਾ ਸਰਹੱਦ ਤੋਂ ਲਗਭਗ 12 ਮੀਟਰ ਦੀ ਦੂਰੀ ਤੇ ਮਿਲੀਆਂ ਸੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਉਹਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 39 ਸਾਲਾ ਜਗਦੀਸ਼ ਪਟੇਲ, ਉਸ ਦੀ ਪਤਨੀ ਵੈਸ਼ਾਲੀ ਬੇਨ, 11 ਸਾਲਾ ਬੇਟੀ ਬਿਹਾਂਗੀ ਅਤੇ 3 ਸਾਲਾ ਪੁੱਤਰ ਧਾਰਮਿਕ ਵਜੋਂ ਹੋਈ ਹੈ। ਅਮਰੀਕਾ ਸਮੇਤ ਪੂਰੀ ਦੁਨੀਆ ਲਈ ਰਾਹਤ ਦੀ ਖਬਰ ਹੈ। ਕਰਜ਼ੇ ਦੇ ਸੰਕਟ ਦੇ ਨਾਲ ਜੂਝ ਰਿਹਾ ਅਮਰੀਕਾ ਦਿਵਾਲੀਆ ਹੋਣ ਦੀ ਕਗਾਰ ਤੇ ਪਹੁੰਚ ਗਿਆ ਸੀ, ਪਰ ਹੁਣ ਲੱਗਦਾ ਹੈ ਕਿ ਜਲਦੀ ਅਮਰੀਕਾ ਦੀ ਇਸ ਸੰਕਟ ਤੇ ਕਾਬੂ ਪਾ ਲਿਆ ਜਾਏਗਾ। ਦਰਅਸਲ ਰਾਸ਼ਟਰਪਤੀ ਜੋ ਬਾਈਡਨ, ਰਿਪਬਲਿਕਨ ਸੰਸਦ ਮੈਂਬਰ ਅਤੇ ਅਮਰੀਕੀ ਕਾਂਗਰਸ ਦੇ ਸਪੀਕਰ ਕੇਵਿਨ ਮੈਕਾਰਥੀ ਵਿਚਕਾਰ ਕਰਜ਼ੇ ਦੀ ਸੀਮਾ ਨੂੰ ਲੈ ਕੇ ਲਗਭਗ ਸਮਝੌਤਾ ਹੋ ਚੁੱਕਾ ਹੈ। ਇਸ ਸਮਝੌਤੇ ਤਹਿਤ ਕਰਜ਼ੇ ਦੀ ਸੀਮਾ ਵਧਾ ਕੇ 31.4 ਟ੍ਰਿਲੀਅਨ ਡਾਲਰ ਕਰਨ ਤੇ ਸਹਿਮਤੀ ਬਣੀ ਹੈ। ਇਸ ਦੇ ਨਾਲ ਹੀ ਅਮਰੀਕਾ 'ਚ ਕਰੀਬ 1 ਮਹੀਨੇ ਤੋਂ ਚੱਲ ਰਿਹਾ ਟਕਰਾਅ ਵੀ ਖਤਮ ਹੋ ਜਾਏਗਾ। ਮੀਡੀਆ ਰਿਪੋਰਟਸ ਦੇ ਮੁਤਾਬਕ ਦੋਵੇਂ ਸਿਖਰਲੇ ਨੇਤਾਵਾਂ ਵਿਚਾਲੇ ਅਜੇ
तक पूरा समझौता नहीं होया, पर लगभग सहमति बन गई है। अजे कुछ चीज़ां ते गलबात बाकी है ਅਤੇ जल्दी ही दोवें नेता समझौते ते अंतिम मोहर ਲਾਉਣਗੇ। ਰਿਪੋਰਟਾਂ ਦੇ ਮੁਤਾਬਕ ਸ਼ਨੀਵਾਰ ਸ਼ਾਮ ਰਾਸ਼ਟਰਪਤੀ ਬਾਈਡਨ ਅਤੇ ਕੈਵਿਨ ਮੈਕਾਰਥੀ ਵਿਚਾਲੇ 90 ਮਿੰਟ ਤੱਕ ਫੋਨ ਤੇ ਗੱਲਬਾਤ ਹੋਈ ਸੀ। ਇਸ ਡੀਲ ਦੇ ਨਾਲ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਅਮਰੀਕਾ ਉਸ ਨੂੰ ਰਾਹਤ ਵੀ ਮਿਲੇਗੀ। ਤੁਹਾਨੂੰ ਦੱਸ ਦਈਏ ਕਿ ਜੇਕਰ ਜਲਦੀ ਕਰਜ਼ ਸੀਮਾ ਤੇ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਅਮਰੀਕਾ ਦਾ ਖਜ਼ਾਨਾ ਖਾਲੀ ਹੋ ਸਕਦਾ ਸੀ, ਜਿਸ ਕਾਰਨ ਅਮਰੀਕਾ ਤੇ ਦਿਵਾਲੀਏਪਨ ਦਾ ਖਤਰਾ ਸੀ। ਇਸ ਦੇ ਨਾਲ ਨਾ ਕੇਵਲ ਅਮਰੀਕਾ ਬਲਕਿ ਪੂਰੀ ਵਿਸ਼ਵ ਅਰਥ ਵਿਵਸਥਾ ਪ੍ਰਭਾਵਿਤ ਹੁੰਦੀ। ਅਮਰੀਕੀ ਸਰਕਾਰ ਆਪਣੇ ਖਰਚਿਆਂ ਅਤੇ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਕਾਨੂੰਨੀ ਤੌਰ ਤੇ ਪੈਸੇ ਉਧਾਰ ਲੈਂਦੀ ਹੈ। ਅਮਰੀਕਾ ਦੀ ਸੰਸਦ ਨੇ ਇੱਕ ਕਾਨੂੰਨ ਬਣਾ ਕੇ ਇਸ ਕਰਜ਼ੇ ਨੂੰ ਲੈਣ ਦੀ ਹੱਦ ਤੈਅ ਕੀਤੀ, ਜਿਸ ਨੂੰ ਕਰਜ਼ਾ ਸੀਲਿੰਗ ਕਿਹਾ ਜਾਂਦਾ ਹੈ। ਅਮਰੀਕੀ ਸੰਵਿਧਾਨ ਦੇ ਮੁਤਾਬਕ ਕਾਂਗਰਸ ਨੂੰ ਸਰਕਾਰੀ ਖਰਚਿਆਂ ਨੂੰ ਕੰਟਰੋਲ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਸਰਕਾਰ ਤੈਅ ਕਰਜ਼ਾ ਸੀਮਾ ਤੋਂ ਵੱਧ ਕਰਜ਼ਾ ਨਹੀਂ ਲੈ ਸਕਦੀ। ਅਮਰੀਕੀ ਪ੍ਰਤੀਨਿਧ ਸਭਾ ਦੇ ਵਿੱਚ ਵਿਰੋਧੀ ਰਿਪਬਲਿਕਨ ਪਾਰਟੀ ਨੂੰ ਬਹੁਮਤ ਹਾਸਲ ਹੈ। ਰਿਪਬਲਿਕਨ ਸੰਸਦ ਮੈਂਬਰ ਕਰਜ਼ੇ ਦੀ ਸੀਮਾ ਵਧਾਉਣ ਦੇ ਹੱਕ ਵਿੱਚ ਨਹੀਂ ਸਨ, ਜਿਸ ਕਾਰਨ ਵਿਵਾਦ ਖੜਾ ਹੋ ਗਿਆ। ਮੈਕਾਰਥੀ ਨੇ ਕਿਹਾ ਕਿ ਉਹ ਐਤਵਾਰ ਨੂੰ ਦੁਬਾਰਾ ਬਾਈਡਨ ਦੇ ਨਾਲ ਸਲਾਹ ਮਸ਼ਵਰਾ ਕਰਨਗੇ ਅਤੇ ਸ਼ਨੀਵਾਰ ਨੂੰ ਉਹਨਾਂ ਦੇ ਨਾਲ ਗੱਲ ਕਰਨ ਤੋਂ ਬਾਅਦ ਬਿੱਲ ਦੇ ਅੰਤਮ ਖਰੜੇ ਦੀ ਨਿਗਰਾਨੀ ਕਰਨਗੇ। ਸਦਨ ਬੁੱਧਵਾਰ ਨੂੰ ਇਸ ਤੇ ਦੁਬਾਰਾ VOTING ਕਰੇਗਾ। ਸੰਕਟ ਦੀ ਇਸ ਕੜੀ ਵਿੱਚ ਇਸ ਸਮਝੌਤੇ ਨੂੰ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ। ਇਸ ਸਮਝੌਤੇ ਨੂੰ 5 ਜੂਨ ਤੋਂ ਪਹਿਲਾਂ ਪ੍ਰਤੀਨਿਧ ਸਦਨ ਵਿੱਚ ਪਾਸ ਕਰਨਾ ਜ਼ਰੂਰੀ ਹੈ। ਜੇਕਰ ਇਹ ਕਦਮ ਨਾ ਚੁੱਕਿਆ ਜਾਂਦਾ ਤਾਂ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਤੇ ਮੰਦੀ ਦਾ ਖਤਰਾ ਸੀ। ਕੈਨੇਡਾ ਦੇ ਟੌਪ 11 ਗੈਂਗਸਟਰਸ ਦੇ ਵਿੱਚੋਂ ਇੱਕ ਅਮਰਪ੍ਰੀਤ ਸਮਰਾ ਉਰਫ ਚੱਕੀ ਦਾ ਵੈਨਕੂਵਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੀਡੀਆ ਰਿਪੋਰਟਸ ਦੇ ਮੁਤਾਬਕ ਉਹ ਵੈਨਕੂਵਰ ਦੇ ਫਰੇਜ਼ਰ ਵਿਊ ਵੈਂਕਟ ਹਾਲ ਵਿੱਚ ਵਿਆਹ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਤੜਕੇ 1:30 ਵਜੇ ਦੇ ਕਰੀਬ ਹਾਲ ਤੋਂ ਬਾਹਰ ਨਿਕਲ ਰਿਹਾ ਸੀ, ਉਦੋਂ ਉਸ ਨੂੰ ਗੋਲੀਆਂ ਮਾਰੀਆਂ ਗਈਆਂ। ਅਮਰਪ੍ਰੀਤ ਸਮਰਾ ਦੀ ਗੱਡੀ ਵਾਰਦਾਤ ਵਾਲੀ ਥਾਂ ਤੋਂ ਕੁਝ ਹੀ ਦੂਰੀ ਉੱਤੇ ਸੜੀ ਹਾਲਤ ਵਿੱਚ ਮਿਲੀ। ਪੁਲਿਸ ਨੂੰ ਖਦਸ਼ਾ ਹੈ ਕਿ ਉਸਦੇ ਵਿਰੋਧੀ ਗੈਂਗ ਨੇ ਗੋਲੀਆਂ ਮਾਰੀਆਂ ਨੇ। ਅਮਰਪ੍ਰੀਤ ਸਮਰਾ ਉਰਫ ਚੱਕੀ ਦਾ ਸੰਬੰਧ ਸੰਯੁਕਤ ਰਾਸ਼ਟਰ ਗੈਂਗ ਨਾਲ ਸੀ, ਜਿਸ ਦੀ ਬ੍ਰਦਰਸ ਕੀਪਰਸ ਗੈਂਗ ਦੇ ਨਾਲ ਕਈ ਸਾਲਾਂ ਤੋਂ ਦੁਸ਼ਮਣੀ ਚੱਲ ਰਹੀ ਸੀ। ਕਾਤਲ ਵਿਰੋਧੀ ਬ੍ਰਦਰਸ ਕੀਪਰਸ ਗਰੁੱਪ ਤੋਂ ਹੋਣ ਦੀ ਸੰਭਾਵਨਾ ਹੈ। ਪੁਲਿਸ ਜਵਾਬੀ ਕਾਰਵਾਈ ਨੂੰ ਲੈ ਕੇ ਚਿੰਤਿਤ ਹੈ। ਪੁਲਿਸ ਦੇ ਮੁਤਾਬਕ ਪੈਰਾਮੈਡਿਕਸ ਦੇ ਪਹੁੰਚਣ ਤੱਕ ਉਹਨਾਂ ਨੇ ਪੀੜਤ ਨੂੰ CPR ਦਿੱਤੀ, ਪਰ ਉਸ ਦੀ ਮੌਕੇ ਤੇ ਮੌਤ ਹੋ ਗਈ। ਅਮਰੀਕਾ ਦੇ ਨਿਊ ਮੈਕਸੀਕੋ ਰਾਜ ਦੇ ਰੈੱਡ ਰਿਵਰ ਵਿੱਚ ਇੱਕ ਮੋਟਰਸਾਈਕਲ ਰੈਲੀ 'ਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 5 ਜ਼ਖਮੀ ਹੋਏ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨੂਹਾ ਦੀ ਰਿਪੋਰਟ ਦੇ ਅਨੁਸਾਰ ਰੈੱਡ ਰਿਵਰ ਦੀ ਮੇਅਰ ਨੇ ਸਥਾਨਕ ਮੀਡੀਆ ਆਊਟਲੈਟ ਕੋਰਟ ਨੂੰ ਦੱਸਿਆ ਕਿ ਸ਼ਨੀਵਾਰ ਨੂੰ ਹੋਈ ਗੋਲੀਬਾਰੀ ਗੈਂਗ ਨਾਲ ਸੰਬੰਧਿਤ ਜਾਪਦੀ ਹੈ, ਜਿਸ ਵਿੱਚ 3 ਲੋਕਾਂ ਦੀ ਮੌਤ ਅਤੇ 5 ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਰੈਲੀ ਦੀ ਵੈਬਸਾਈਟ ਦੇ ਅਨੁਸਾਰ 25 ਤੋਂ 29 ਮਈ ਤੱਕ ਚੱਲਣ ਵਾਲੀ 41ਵੀਂ ਸਾਲਾਨਾ ਰੈੱਡ ਰਿਵਰ ਮੈਮੋਰੀਅਲ ਮੋਟਰਸਾਈਕਲ ਰੈਲੀ ਵਿੱਚ ਗੋਲੀਬਾਰੀ ਸ਼ੁਰੂ ਹੋਈ, ਜਿਸ ਵਿੱਚ ਵੱਖ-ਵੱਖ ਪਿਛੋਕੜਾਂ ਦੇ 28,000 ਬਾਈਕਰਜ਼ ਸ਼ਾਮਲ ਹੋਏ। CNN ਦੇ ਨਾਲ ਸੰਬੰਧਿਤ ਕੁਇਟ ਅਨੁਸਾਰ ਮੇਅਰ ਨੇ ਕਿਹਾ ਕਿ ਗੋਲੀਬਾਰੀ ਦੇ ਵਿੱਚ ਸ਼ਾਮਲ ਸਾਰੇ ਲੋਕ ਪੁਲਿਸ ਹਿਰਾਸਤ ਵਿੱਚ ਨੇ। CNN ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਗੋਲੀਬਾਰੀ ਵਿੱਚ ਜ਼ਖਮੀ ਹੋਏ ਹੋਰ ਲੋਕਾਂ ਨੂੰ ਤਾਉਸ ਤੇ ਹੋਲੀ ਕ੍ਰਾਸ ਹਸਪੀਟਲ ਐਲਬੁਕਰਕ ਵਿੱਚ ਯੂਨੀਵਰਸਿਟੀ ਆਫ ਨਿਊ ਮੈਕਸੀਕੋ ਹੈਲਥ ਵਿੱਚ ਇਲਾਜ ਲਈ ਲਿਜਾਇਆ ਗਿਆ। ਰਿਚਰਡ ਬਾਰਨੇਟ ਨੂੰ ਪੈਰ ਰੱਖਣ ਦੇ ਦੋਸ਼ ਤੋਂ ਇਲਾਵਾ 7 ਹੋਰ ਮਾਮਲਿਆਂ ਵਿੱਚ ਸਜ਼ਾ ਦਿੱਤੀ ਗਈ। ਇਸ ਤਰ੍ਹਾਂ ਕੁੱਲ 8 ਮਹੀਨਿਆਂ 'ਚ ਦੋਸ਼ੀ ਪਾਏ ਜਾਣ ਤੋਂ ਬਾਅਦ ਬਾਰਨੇਟ ਨੂੰ ਕੁੱਲ 20 ਸਾਲ ਦੀ ਸਜ਼ਾ ਸੁਣਾਈ ਗਈ। ਅਮਰੀਕਾ 'ਚ ਸਾਲ 2021 ਦੌਰਾਨ ਅਮਰੀਕਾ ਦੀ ਰਾਜਧਾਨੀ 'ਚ ਮਾਰਚ ਕੱਢਿਆ ਗਿਆ। ਇਸ ਮਾਰਚ ਵਿੱਚ ਸੈਂਕੜੇ ਲੋਕ ਇਕੱਠੇ ਹੋਏ। ਉਸ ਦੌਰਾਨ ਅਮਰੀਕੀ ਸਦਨ ਦੀ ਸਪੀਕਰ ਨੈਂਸੀ ਦੇ ਦਫ਼ਤਰ 'ਚ ਰਿਚਰਡ ਨਾਂ ਦੇ ਵਿਅਕਤੀ ਨੇ ਮੇਜ਼ ਤੇ ਪੈਰ ਰੱਖ ਕੇ ਫੋਟੋ ਕਲਿੱਕ ਕਰਵਾਈ। ਇਸ ਦੋਸ਼ ਵਿੱਚ ਉਸ ਨੂੰ ਬੁੱਧਵਾਰ ਨੂੰ 54 ਮਹੀਨਿਆਂ ਦੀ ਸਜ਼ਾ ਸੁਣਾਈ ਗਈ। ਰਿਚਰਡ ਇੱਕ 63 ਸਾਲਾ ਬਜ਼ੁਰਗ ਹੈ, ਜਿਸਨੇ 6 ਜਨਵਰੀ 2021 ਨੂੰ ਇੱਕ ਫੋਟੋਗ੍ਰਾਫਰ ਦੇ ਸਾਹਮਣੇ US ਹਾਊਸ ਸਪੀਕਰ ਨੈਂਸੀ ਦੇ ਦਫ਼ਤਰ ਵਿੱਚ ਡੈਸਕ ਦੇ ਨੇੜੇ ਆਪਣੇ ਜੁੱਤੇ ਉਤਾਰ ਦਿੱਤੇ ਅਤੇ ਫੋਟੋ ਕਲਿੱਕ ਕੀਤੀ। ਰਿਚਰਡ ਨੂੰ ਪੈਰ ਰੱਖਣ ਦੇ ਦੋਸ਼ਾਂ ਤੋਂ ਇਲਾਵਾ 7 ਹੋਰ ਮਾਮਲਿਆਂ 'ਚ ਦੋਸ਼ੀ ਪਾਇਆ ਗਿਆ। ਇਸ ਤਰ੍ਹਾਂ ਕੁੱਲ 8 ਮਾਮਲਿਆਂ 'ਚ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ਨੂੰ 20 ਸਾਲ ਦੀ ਸਜ਼ਾ ਮਿਲੀ ਹੈ।
ਪਿਛਲੇ 3 ਸਾਲਾਂ ਦੇ ਵਿੱਚ ਗਲੋਬਲ ਅਰਥ ਵਿਵਸਥਾ ਨੂੰ ਦੋ ਕਾਫੀ ਵੱਡੇ ਝਟਕੇ ਲੱਗੇ ਨੇ। ਹੁਣ ਅਮਰੀਕਾ ਦੇ ਕਰਜ਼ੇ ਦੇ ਸੰਕਟ ਵਜੋਂ ਦੁਨੀਆ ਨੂੰ ਤੀਜਾ ਵੱਡਾ ਝਟਕਾ ਲੱਗਣ ਦਾ ਖਦਸ਼ਾ ਕਾਫੀ ਵੱਧ ਗਿਆ ਸੀ। ਪਹਿਲਾਂ ਕਰੋਨਾ ਮਹਾਮਾਰੀ ਅਤੇ ਫਿਰ ਯੂਰਪ ਦੇ ਵਿੱਚ 1945 ਤੋਂ ਬਾਅਦ ਦੀ ਸਭ ਤੋਂ ਵੱਡੀ ਜੰਗ ਦੇ ਨਾਲ ਗਲੋਬਲ ਅਰਥ ਵਿਵਸਥਾ ਜਿਹੜੀ ਹੈ ਜੂਝ ਰਹੀ ਹੈ। ਇਸ ਤੋਂ ਬਾਅਦ ਅਮਰੀਕੀ ਸਰਕਾਰ ਦੇ ਆਪਣੇ ਬਿੱਲਾਂ ਦਾ ਭੁਗਤਾਨ ਨਾ ਕਰ ਸਕਣ ਦਾ ਡਰ ਵਿੱਤੀ ਮਾਰਕੀਟ ਤੇ ਭਾਰੀ ਪੈ ਰਿਹਾ। ਜ਼ਿਆਦਾਤਰ ਲੋਕਾਂ ਦੇ ਲਈ ਇਹ ਕਲਪਨਾਯੋਗ ਗੱਲ ਹੈ ਕਿ ਕਦੇ ਕਿਸੇ ਨੇ ਸੋਚਿਆ ਸੀ ਕਿ ਅਮਰੀਕੀ ਸਰਕਾਰ ਨਕਦੀ ਸੰਕਟ ਦੇ ਨਾਲ ਜੂਝੇਗੀ, ਉਹ ਆਪਣੇ ਬਿੱਲਾਂ ਦੀ ਪੇਮੈਂਟ ਨਹੀਂ ਕਰ ਸਕੇਗੀ ਅਤੇ ਉਸਦੇ ਦਿਵਾਲੀਆ ਹੋਣ ਦਾ ਖਤਰਾ ਮੰਡਰਾ ਰਿਹਾ ਹੋਵੇਗਾ। ਸ਼ਾਇਦ ਕਦੇ ਨਹੀਂ, ਪਰ ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸ਼ੁੱਕਰਵਾਰ ਨੂੰ ਅਜਿਹੇ ਸੰਕੇਤ ਮਿਲੇ ਸਨ ਕਿ ਅਮਰੀਕੀ ਸਰਕਾਰ ਦੀ ਕਰਜ਼ੇ ਦੀ ਲਿਮਟ ਤੋਂ ਵਧਾਉਣ ਦੀ ਗੱਲਬਾਤ ਜ਼ੋਰ ਫੜ ਰਹੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਇਹ 2008 ਦੇ ਗਲੋਬਲ ਵਿੱਤੀ ਸੰਕਟ ਨੂੰ ਸੱਦਾ ਦੇਣਾ ਹੋਵੇਗਾ। ਉੱਥੇ ਡਿਫਾਲਟ ਹੋ ਜਾਣਾ 1 ਲੱਖ ਗੁਣਾ ਜ਼ਿਆਦਾ ਖਰਾਬ ਹੋਏਗਾ। ਡਾਰਟਮਾਊਥ ਯੂਨੀਵਰਸਿਟੀ ਦੇ ਵਿੱਚ ਇਕਨੋਮੀ ਦੇ ਪ੍ਰੋਫੈਸਰ ਨੇ ਅਤੇ ਬੈਂਕ ਆਫ ਇੰਗਲੈਂਡ 'ਚ ਸਾਬਕਾ ਵਿਆਜ ਦਰ ਸੈਂਟਰ ਡੈਨੀ ਨੇ ਇਹ ਗੱਲ ਕਹੀ ਹੈ। ਉਹਨਾਂ ਨੇ ਕਿਹਾ ਕਿ ਕੀ ਹੋਏਗਾ ਜੋ ਦੁਨੀਆ 'ਚ ਮਹਾਸ਼ਕਤੀ ਸਮਝਿਆ ਜਾਂਦਾ ਦੇਸ਼ ਹੈ ਜੇ ਆਪਣੇ ਬਿੱਲਾਂ ਦਾ ਭੁਗਤਾਨ ਨਾ ਕਰ ਸਕੇ। ਇਸ ਦੇ ਭਿਆਨਕ ਨਤੀਜੇ ਹੋਣਗੇ। ਮੂਡੀਜ਼ ਐਨਾਲਿਟਿਕਸ ਦੇ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਇੱਕ ਹਫ਼ਤੇ ਤੱਕ ਦੇ ਨਕਦੀ ਸੰਕਟ ਦੇ ਨਾਲ ਹੀ ਅਮਰੀਕਾ ਦੀ GDP 0.7% ਤੱਕ ਡਿੱਗ ਸਕਦੀ ਸੀ ਅਤੇ 15 ਲੱਖ ਨੌਕਰੀਆਂ ਜਾ ਸਕਦੀਆਂ ਨੇ। ਜੇ ਸਿਆਸੀ ਡੈਡਲੌਕ ਹੋਰ ਅੱਗੇ ਵੱਧਦਾ ਹੈ ਤਾਂ ਟ੍ਰੈਜ਼ਰੀ ਦੂਜੇ ਬਿੱਲਾਂ ਤੇ ਡੇਟ ਪੇਮੈਂਟ ਨੂੰ ਤਰਜੀਹ ਦਿੰਦਾ ਹੈ ਤਾਂ ਅਮਰੀਕੀ ਅਰਥ ਵਿਵਸਥਾ ਦੇ ਲਈ ਇੱਕ ਖਤਰਨਾਕ ਝਟਕਾ ਹੋਏਗਾ। ਇਸ ਨਾਲ GDP ਦੇ ਵਿੱਚ 4.6% ਦੀ ਗਿਰਾਵਟ ਆਏਗੀ। ਇਸ ਨਾਲ 78 ਲੱਖ ਨੌਕਰੀਆਂ ਚਲੀਆਂ ਜਾਣਗੀਆਂ, ਸ਼ੇਅਰ ਬਾਜ਼ਾਰ ਡਿੱਗ ਜਾਣਗੇ, ਕਰੀਬ 10 ਲੱਖ ਕਰੋੜ ਡਾਲਰ ਦੀ ਘਰੇਲੂ ਜਾਇਦਾਦ ਦਾ ਸਫਾਇਆ ਹੋ ਜਾਏਗਾ ਅਤੇ ਕਰਜ਼ਾ ਕਾਫੀ ਮਹਿੰਗਾ ਹੋ ਜਾਏਗਾ। ਉਹਨਾਂ ਨੇ ਕਿਹਾ ਕਿ ਅਮਰੀਕਾ ਦੀ ਡਿਫਾਲਟ ਹੋਣ ਦੇ ਨਾਲ ਇਸ ਦੇਸ਼ ਵਿੱਚ ਵੱਡੀ ਮੰਦੀ ਆਏਗੀ। ਇਹ ਗਲੋਬਲ ਅਰਥ ਵਿਵਸਥਾ ਨੂੰ ਡੋਬ ਦੇਗੀ। ਹਰ ਕਿਸੇ ਦਾ ਸੁਪਨਾ ਹੁੰਦਾ ਹੈ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਦਾ, ਕਿਉਂਕਿ ਇਹ ਖੂਬਸੂਰਤ ਪਲ ਬਾਰ-ਬਾਰ ਨਹੀਂ ਆਉਂਦੇ। ਜੇਕਰ ਕੋਈ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਦੇ ਲਈ ਖਾਸ ਜਗ੍ਹਾ ਚੁਣਦਾ ਹੈ ਤਾਂ ਕੋਈ ਖਾਸ ਦਿਨ ਤੇ ਵਿਆਹ ਕਰਵਾਉਂਦਾ ਹੈ। ਅਮਰੀਕੀ ਸਪੇਸ ਟਰੈਵਲ ਕੰਪਨੀ ਸਪੇਸ ਪਰਸਪੈਕਟਿਵ ਵੀ ਲੋਕਾਂ ਨੂੰ ਵਿਆਹ ਨੂੰ ਖਾਸ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਅਤੇ ਇਸ ਦੇ ਲਈ ਉਸਨੇ ਇੱਕ ਆਫਰ ਦਾ ਐਲਾਨ ਕੀਤਾ ਹੈ। ਕੰਪਨੀ ਨੇ ਪੁਲਾੜ ਦੇ ਵਿੱਚ ਵਿਆਹ ਕਰਵਾਉਣ ਦੀ ਪੇਸ਼ਕਸ਼ ਦਾ ਐਲਾਨ ਕੀਤਾ, ਜੋ ਕਿ ਹੁਣ ਤੱਕ ਦੀ ਅਜਿਹੀ ਪਹਿਲੀ ਪੇਸ਼ਕਸ਼ ਹੈ। ਕੰਪਨੀ ਦੀ ਹਰੇਕ ਉਡਾਣ ਹਾਈਡਰੋਜਨ ਵਾਲੇ ਸਪੇਸ ਬੈਲੂਨ ਦੇ ਨਾਲ ਸੰਚਾਲਿਤ ਹੋਏਗੀ, ਜੋ 19 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਉੱਪਰ ਉੱਠੇਗਾ। ਸਪੇਸ ਬੈਲੂਨ ਦੇ ਨਾਲ ਇੱਕ ਕੈਪਸੂਲ ਲਗਾਇਆ ਜਾਏਗਾ ਜਿਸ ਵਿੱਚ ਬਾਰ, ਰਿਫਰੈਸ਼ਮੈਂਟ ਅਤੇ ਰੈਸਟ ਰੂਮ ਹੋਣਗੇ। ਇਸ ਦੇ ਲਈ 1 ਕਰੋੜ ਸੀਟ ਖਰਚ ਕਰਨਾ ਪਏਗਾ। ਜੀ ਹਾਂ, 1 ਕਰੋੜ। ਮਨੁੱਖੀ ਦਿਮਾਗ ਦੇ ਵਿੱਚ ਚਿਪ ਲਗਾਉਣ ਦਾ ਰਸਤਾ ਸਾਫ਼ ਹੋ ਗਿਆ। ਐਲਨ ਮਸਕ ਦੀ ਬ੍ਰੇਨ ਚਿਪ ਫਰਮ ਨਿਊਰਾਲਿੰਕ ਨੇ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਸ਼ੁੱਕਰਵਾਰ ਨੂੰ ਮਨੁੱਖੀ ਦਿਮਾਗ ਦੇ ਟ੍ਰਾਇਲ ਕਰਨ ਦੀ ਆਗਿਆ ਦਿੱਤੀ ਹੈ। ਇਸ ਸੰਬੰਧ ਦੇ ਵਿੱਚ ਨਿਊਰੋਲੋਜਿਸਟ ਨੇ ਟਵੀਟ ਕੀਤਾ ਕਿ ਇਹ ਭਵਿੱਖ ਲਈ ਇੱਕ ਮਹੱਤਵਪੂਰਨ ਕਦਮ ਹੈ। ਸਾਡੀ ਤਕਨੀਕ ਆਉਣ ਵਾਲੇ ਸਮੇਂ 'ਚ ਲੋਕਾਂ ਦੇ ਲਈ ਮਦਦਗਾਰ ਸਾਬਤ ਹੋਏਗੀ। ਐਲਨ ਮਸਕ ਨੇ ਕੁਝ ਸਮਾਂ ਪਹਿਲਾਂ ਇੱਕ ਪੇਸ਼ਕਾਰੀ ਦੌਰਾਨ ਦਾਅਵਾ ਕੀਤਾ ਸੀ ਕਿ ਦਿਮਾਗ ਦੇ ਵਿੱਚ ਚਿਪ ਲਗਾਉਣ ਤੋਂ ਬਾਅਦ ਅਧਰੰਗ ਦਾ ਮਰੀਜ਼ ਵੀ ਕੰਪਿਊਟਰ ਚਲਾ ਸਕੇਗਾ। ਜੇਕਰ ਇਸ ਸੰਬੰਧ ਵਿੱਚ ਐਲਨ ਮਸਕ ਦਾ ਵਿਚਾਰ ਪੂਰੀ ਤਰ੍ਹਾਂ ਸਫਲ ਹੋ ਜਾਂਦਾ ਹੈ ਤੇ ਮੈਡੀਕਲ ਖੇਤਰ ਦੇ ਲਈ ਵਰਦਾਨ ਸਾਬਤ ਹੋਏਗਾ। ਇਸ ਨਾਲ ਸੁਣਨ, ਬੋਲਣ, ਮੋਟਾਪਾ, ਔਟਿਜ਼ਮ, ਡਿਪਰੈਸ਼ਨ ਔਰ ਕਈ ਬਿਮਾਰੀਆਂ ਤੋਂ ਪੀੜਤਾਂ ਨੂੰ ਫਾਇਦਾ ਹੋਏਗਾ। ਐਲਨ ਮਸਕ ਪਿਛਲੇ ਸਾਲ ਦੇ ਅਖੀਰ 'ਚ ਸੁਰਖੀਆਂ 'ਚ ਆਏ ਜਦੋਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹਨਾਂ 'ਚ ਇੰਨਾ ਵਿਸ਼ਵਾਸ ਹੈ ਕਿ ਆਪਣੇ ਬੱਚਿਆਂ ਦੇ ਦਿਮਾਗ 'ਚ ਚਿਪ ਲਗਾਉਣ ਨੂੰ ਤਿਆਰ ਨੇ। ਧਿਆਨਯੋਗ ਹੈ ਕਿ ਨਿਊਰਾਲਿੰਕ ਦੇ ਟ੍ਰਾਇਲ ਦੀ ਆਗਿਆ ਦੇਣ ਤੋਂ ਪਹਿਲਾਂ FDA ਨੂੰ ਕਈ ਮੁੱਦਿਆਂ ਬਾਰੇ ਚੇਤਾਵਨੀ ਦਿੱਤੀ ਗਈ ਹੈ। ਇਸ ਵਿੱਚ ਦਿਮਾਗ ਦੇ ਲਗਾਏ ਗਏ ਯੰਤਰਾਂ ਦੀ ਵਰਤੀਆਂ ਜਾਣ ਵਾਲੀਆਂ ਲਿਥੀਅਮ ਬੈਟਰੀਆਂ ਸ਼ਾਮਲ ਨੇ। ਨਾਲ ਹੀ ਦਿਮਾਗ ਦੇ ਟਿਸ਼ੂ ਨੂੰ ਨੁਕਸਾਨ ਪਹੁੰਚਾਏ ਬਿਨਾਂ ਡਿਵਾਈਸ ਨੂੰ ਹਟਾਉਣ ਵਰਗੀਆਂ ਚੁਣੌਤੀਆਂ ਵੀ ਨੇ। ਮੰਗਲ ਗ੍ਰਹਿ ਤੋਂ ਪਹਿਲੀ ਵਾਰ ਧਰਤੀ ਤੇ ਸੁਨੇਹਾ ਭੇਜਣ ਵਿੱਚ ਸਫਲਤਾ ਮਿਲ ਗਈ ਹੈ। ਇਹ ਸਿਗਨਲ ਜਾਂ ਸੁਨੇਹਾ ਯੂਰੋਪੀ ਸਪੇਸ ਏਜੰਸੀ ਦੇ ਐਕਸਮਾਸ ਟ੍ਰੇਸ ਗੈਸ ऑर्बिटर ਵੱਲੋਂ ਭੇਜਿਆ ਗਿਆ ਹੈ, ਜਿਸ ਨੂੰ ਧਰਤੀ ਤੇ ਪਹੁੰਚਣ ਦੇ ਲਈ 16 ਮਿੰਟ ਲੱਗੇ। ਇਹ ਤਜਰਬਾ ਏਸਟਾਈਨ ਇਨ ਸਪੇਸ ਪ੍ਰੋਜੈਕਟ ਤਹਿਤ ਕੀਤਾ ਗਿਆ, ਜਿਸ ਦਾ ਮਕਸਦ ਇਹ ਪਤਾ ਕਰਨਾ ਹੈ ਕਿ ਜੇ ਕਿਸੇ ਹੋਰ ਗ੍ਰਹਿ ਤੋਂ ਧਰਤੀ ਤੇ ਸਿਗਨਲ ਭੇਜਿਆ ਜਾਏਗਾ ਤਾਂ ਉਸ ਨੂੰ ਅਸੀਂ ਰਿਸੀਵ ਕਰ ਸਕਾਂਗੇ ਜਾਂ ਨਹੀਂ। ਦੱਸਿਆ ਜਾ ਰਿਹਾ ਕਿ ਪੁਲਾੜ ਵਿੱਚ ਚੱਕਰ ਲਾ ਰਹੇ TGS
NGO ਨੂੰ 24 ਮਈ ਦੀ ਰਾਤ ਤਕਰੀਬਨ 9 ਵਜੇ ਸੁਨੇਹਾ ਮਿਲਿਆ ਅਤੇ ਇਸ ਨੂੰ ਧਰਤੀ ਤੇ ਵੈਸਟ ਵਰਜੀਨੀਆ ਦੇ ਗ੍ਰੀਨ ਬੈਂਕ ਟੈਲੀਸਕੋਪ, ਇਟਲੀ ਦੇ ਮੈਡੀਸੀਨਾ ਰੇਡੀਓ ਐਸਟਰੋਨੋਮਿਕਲ ਸਟੇਸ਼ਨ, ਕੈਲੀਫੋਰਨੀਆ ਦੇ ਐਲਨ ਟੈਲੀਸਕੋਪ ਅਤੇ ਨਿਊ ਮੈਕਸੀਕੋ ਦੇ ਵੈਰੀ ਲਾਰਜ ਐਰੇ ਵਿਖੇ ਪ੍ਰਾਪਤ ਕੀਤਾ ਗਿਆ। ਹੁਣ ਸਿਗਨਲ ਡਿਕੋਡ ਕਰਨ ਵਾਸਤੇ ਪੁਲਾੜ ਵਿਗਿਆਨੀਆਂ ਤੋਂ ਮਦਦ ਮੰਗੀ ਗਈ ਹੈ। ਉਧਰ ਕੁਝ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਕਿ ਸਿਗਨਲ ਡਿਕੋਡ ਕਰਨ ਵਾਸਤੇ ਇੱਕ ਵੱਖਰਾ ਪ੍ਰੋਜੈਕਟ ਤਿਆਰ ਕੀਤਾ ਗਿਆ, ਪਰ ਸੁਨੇਹੇ ਦੀ ਅਸਲੀਅਤ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ। ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਘਿਰੇ ਪੰਜਾਬੀ ਟਰੱਕ ਡਰਾਈਵਰ ਵਿਰੁੱਧ ਮੰਗਲਵਾਰ ਨੂੰ ਸਾਰਨੀਆ ਦੀ ਅਦਾਲਤ ਵਿੱਚ ਮੁਕੱਦਮਾ ਸ਼ੁਰੂ ਹੋ ਗਿਆ। ਅਮਰੀਕਾ ਤੋਂ ਕੈਨੇਡਾ ਆ ਰਹੇ 25 ਸਾਲਾ ਹਰਵਿੰਦਰ ਸਿੰਘ ਦੇ ਟਰੱਕ ਵਿੱਚੋਂ ਕਥਿਤ ਤੌਰ ਤੇ $35 ਲੱਖ ਮੁੱਲ ਦੀ 62 ਕਿਲੋ ਕੋਕੀਨ ਬਰਾਮਦ ਕੀਤੀ ਗਈ ਅਤੇ ਬਾਰਡਰ ਆਫੀਸਰਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ RCMP ਦੇ ਸਪੁਰਦ ਕਰ ਦਿੱਤਾ। ਸਰਕਾਰੀ ਵਕੀਲ ਨੇ ਦੋਸ਼ ਲਗਾਇਆ ਕਿ ਵੱਧ ਤੋਂ ਵੱਧ ਪੈਸੇ ਕਮਾਉਣ ਦੇ ਲਈ ਬ੍ਰੈਂਪਟਨ ਦੇ ਹਰਵਿੰਦਰ ਸਿੰਘ ਨੇ ਕਈ ਆਨਲਾਈਨ ਲੇਖ ਪੜ੍ਹੇ, ਜਿਨ੍ਹਾਂ ਵਿੱਚ ਨਸ਼ਿਆਂ ਦੀ ਖੇਪ, ਬਾਰਡਰ ਪਾਰ ਲਿਜਾਣ ਤੇ ਮਿਲਣ ਵਾਲੀ ਰਕਮ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਸੀ। ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਸਥਾਨਕ ਅਦਾਲਤ ਵੱਲੋਂ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਜਾਰੀ ਕਰਨ ਤੋਂ 2 ਦਿਨ ਬਾਅਦ ਰਾਹੁਲ ਗਾਂਧੀ ਨਵਾਂ ਪਾਸਪੋਰਟ ਹਾਸਲ ਕਰ ਚੁੱਕੇ ਨੇ। ਉਹਨਾਂ ਨੂੰ ਪਾਸਪੋਰਟ ਮਿਲ ਗਿਆ ਤੇ 29 ਮਈ ਨੂੰ ਅਮਰੀਕਾ ਰਵਾਨਾ ਹੋਣਾ ਹੈ ਉਹਨਾਂ ਨੇ, ਜਿੱਥੇ ਉਹ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰਨਗੇ। ਕਾਂਗਰਸ ਦੇ ਸਾਬਕਾ ਮੁਖੀ ਗੁਜਰਾਤ ਤੇ ਸੂਰਤ ਦੀ ਇੱਕ ਅਦਾਲਤ ਨੇ ਅਪਰਾਧਿਕ ਮਾਨਹਾਨੀ ਦੇ ਇੱਕ ਮਾਮਲੇ 'ਚ ਦੋਸ਼ੀ ਠਹਿਰਾਉਣ ਤੋਂ ਬਾਅਦ ਸੰਸਦ ਮੈਂਬਰਾਂ ਵਜੋਂ ਅਯੋਗ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਰਾਹੁਲ ਨੇ ਰਾਸੀ ਯਾਤਰਾ ਵੱਲ ਪਾਸਪੋਰਟ ਵਾਪਸ ਕਰ ਦਿੱਤਾ ਸੀ। ਸਰਕਾਰ ਨੇ ਕੈਨੇਡਾ ਦੇ ਸਸਕੈਚਵਾਨ ਯਾਨੀ ਕਿ ਕੈਨੇਡਾ ਸਰਕਾਰ ਨੇ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਨਗਰ ਕੀਰਤਨ ਤੇ ਰੈਲੀਆਂ ਸਣੇ ਹੋਰਨਾਂ ਵਿਸ਼ੇਸ਼ ਮੌਕਿਆਂ ਤੇ ਹੈਲਮਟ ਪਾਉਣ ਤੋਂ ਆਰਜ਼ੀ ਛੋਟ ਦਿੱਤੀ ਹੈ। ਸਰਕਾਰ ਨੇ ਇਹ ਫੈਸਲਾ ਅਜਿਹੇ ਮੌਕੇ ਲਿਆ ਜਦੋਂ ਬ੍ਰਿਟਿਸ਼ ਕੋਲੰਬੀਆ ਆਧਾਰਿਤ ਲੀਜੈਂਡਰੀ ਸਿੱਖ ਰਾਈਡਰ ਨਾਂ ਦੇ ਮੋਟਰਸਾਈਕਲ ਗਰੁੱਪ ਨੇ ਸੂਬਾ ਸਰਕਾਰ ਅੱਗੇ ਤਜਵੀਜ਼ ਰੱਖੀ ਸੀ ਕਿ ਉਹਨਾਂ ਨੂੰ ਲੋਕ ਭਲਾਈ ਦੇ ਕੰਮਾਂ ਲਈ ਫੰਡ ਇਕੱਤਰ ਕਰਨ ਖਾਤਰ ਪੂਰੇ ਕੈਨੇਡਾ 'ਚ ਮੋਟਰਸਾਈਕਲ ਰੈਲੀ ਕੱਢਣ ਦੀ ਆਗਿਆ ਦਿੱਤੀ ਜਾਏ। ਯਾਦ ਰਹੇ ਕਿ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਮੈਨੀਟੋਬਾ ਤੇ ਓਨਟਾਰੀਓ ਸੂਬਿਆਂ ਦੇ ਵਿੱਚ ਧਾਰਮਿਕ ਕਾਰਨਾਂ ਕਰਕੇ ਜਿੱਥੇ ਪਗੜੀਧਾਰੀ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਮੌਕੇ ਹੈਲਮਟ ਪਾਉਣ ਤੋਂ ਮੁਕੰਮਲ ਛੋਟ ਹੈ, ਉੱਥੇ ਸਸਕੈਚਵਾਨ ਵਿੱਚ ਸੜਕਾਂ ਤੇ ਮੋਟਰਸਾਈਕਲ ਚਲਾਉਣ ਮੌਕੇ ਸਾਰਿਆਂ ਲਈ ਹੈਲਮਟ ਪਾਉਣਾ ਲਾਜ਼ਮੀ ਹੈ। ਸੰਬੰਧਿਤ ਮੰਤਰੀ ਡੌਨ ਨੇ ਕਿਹਾ, ਮੋਟਰਸਾਈਕਲ ਸਵਾਰਾਂ ਦੀ ਸੁਰੱਖਿਆ ਲਈ ਹੈਲਮਟ ਲਾਜ਼ਮੀ ਹੈ। ਉੱਥੇ ਦੀ ਸਰਕਾਰ ਵੱਲੋਂ ਜਾਰੀ ਰਿਲੀਜ਼ ਦੇ ਮੁਤਾਬਕ ਵਹੀਕਲ ਇਕੁਇਪਮੈਂਟ ਰੈਗੂਲੇਸ਼ਨਸ ਵਿੱਚ ਕੀਤੀ ਸੋਧ ਆਰਜ਼ੀ ਹੈ ਤੇ ਇਹ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਬਿਨਾਂ ਹੈਲਮਟ ਵਹੀਕਲ ਚਲਾਉਣ ਦੀ ਮੁਕੰਮਲ ਛੋਟ ਨਹੀਂ ਦਿੰਦੀ। ਮੌਰਗਨ ਨੇ ਕਿਹਾ ਕਿ ਮੋਟਰਸਾਈਕਲ ਹੈਲਮਟ ਕਾਨੂੰਨ ਵਿੱਚ ਮੁਕੰਮਲ ਛੋਟ ਦੇਣ ਦੀ ਉਹਨਾਂ ਦੀ ਕੋਈ ਯੋਜਨਾ ਨਹੀਂ ਹੈ ਤੇ ਸਾਡੀ ਸਰਕਾਰ ਇਸ ਨੂੰ ਆਰਜ਼ੀ ਵਿਵਸਥਾ ਵਜੋਂ ਦੇਖਦੀ ਹੈ। ਮੰਤਰੀ ਨੇ ਕਿਹਾ ਕਿ ਛੋਟ ਬਾਰੇ ਉੱਥੋਂ ਦੇ ਗਵਰਨਮੈਂਟ ਇੰਸ਼ੋਰੈਂਸ ਯਾਨੀ ਕਿ ਸਸਕੈਚਵਾਨ ਦੇ ਗਵਰਨਮੈਂਟ ਇੰਸ਼ੋਰੈਂਸ ਵੱਲੋਂ ਲੋੜੀਂਦੀ ਪ੍ਰਵਾਨਗੀ ਦਿੱਤੀ ਜਾਏਗੀ ਤੇ ਛੋਟ ਕੇਵਲ ਸਿਰਫ ਸਿੱਖ ਭਾਈਚਾਰੇ ਦੇ ਪਗੜੀਧਾਰੀ ਮੈਂਬਰਾਂ ਨੂੰ ਮਿਲੇਗੀ ਜੋ ਆਪਣੇ ਧਾਰਮਿਕ ਅਕੀਦੇ ਕਰਕੇ ਹੈਲਮਟ ਨਹੀਂ ਪਾ ਸਕਦੇ। ਲਰਨਿੰਗ ਲਾਇਸੈਂਸ ਵਾਲੇ ਮੁਸਾਫਰਾਂ ਜਾਂ ਸਵਾਰਾਂ ਨੂੰ ਇਸ ਛੋਟ ਦਾ ਲਾਭ ਨਹੀਂ ਮਿਲੇਗਾ। ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਚੋਣ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਨ੍ਹਾਂ ਚੋਣਾਂ ਦੇ ਵਿੱਚ 15 ਪੰਜਾਬੀ ਉਮੀਦਵਾਰ ਮੈਦਾਨ ਵਿੱਚ ਨਿਤਰੇ ਨੇ। ਅਲਬਰਟਾ ਦੇ ਵਿੱਚ 29 ਮਈ ਨੂੰ ਚੋਣ ਪ੍ਰਕਿਰਿਆ ਹੈ। ਇਸ ਸੰਬੰਧ ਵਿੱਚ ਤਿਆਰੀਆਂ ਮੁਕੰਮਲ ਨੇ। ਕੈਨੇਡਾ ਦੇ ਸਾਰੇ ਸੂਬਿਆਂ 'ਚ ਪੰਜਾਬੀ ਭਾਈਚਾਰਾ ਸਿਆਸਤ ਵਿੱਚ ਕਾਫੀ ਭਾਗੀਦਾਰੀ ਲੈਂਦਾ ਹੈ। ਅਲਬਰਟਾ 'ਚ ਹੋਣ ਜਾ ਰਹੀਆਂ ਚੋਣਾਂ 'ਚ ਰਾਜਨ ਸਾਨੀ ਕੈਲਗਰੀ ਨਾਰਥ ਵੈਸਟ ਤੋਂ UCP ਦੀ ਟਿਕਟ ਉੱਪਰ ਚੋਣ ਲੜ ਰਹੇ ਨੇ। ਰਾਜਨ ਸਾਨੀ ਇਸ ਵੇਲੇ ਟ੍ਰੇਡ, ਇਮੀਗ੍ਰੇਸ਼ਨ ਤੇ ਮਲਟੀਕਲਚਰਲਿਜ਼ਮ ਦੇ ਮੰਤਰੀ ਵੀ ਨੇ। ਵਿਧਾਇਕ ਦਵਿੰਦਰ ਤੂਰ ਕੈਲਗਰੀ ਫਾਲਕੌਨਰਿਸ ਤੋਂ ਮੁੜ UCP ਦੀ ਟਿਕਟ ਉੱਪਰ ਵੀ ਚੋਣ ਮੈਦਾਨ 'ਚ ਨੇ। ਜਸਵੀਰ ਦਿਓ ਐਡਮਿੰਟਨ ਮੈਡੋਜ਼ ਤੋਂ ਚੋਣ ਲੜ ਰਹੇ ਨੇ। ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਅਤੇ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਆਫ ਅਲਬਰਟਾ ਸੂਬੇ ਦੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਨੇ ਦੋਵਾਂ ਨੇ ਵੱਖ-ਵੱਖ ਭਾਈਚਾਰਿਆਂ ਨੂੰ ਢੁਕਵੀਂ ਨੁਮਾਇੰਦਗੀ ਦਿੱਤੀ ਹੈ। ਕਾਬਿਲੇ ਗੌਰ ਹੈ ਕਿ ਪੰਜਾਬੀ ਮੁੱਖ ਤੌਰ ਤੇ ਕੈਲਗਰੀ ਤੇ ਐਡਮਿੰਟਨ ਇਲਾਕੇ ਦੀਆਂ ਸੀਟਾਂ ਤੇ ਚੋਣ ਲੜਦੇ ਨੇ। ਕੁਝ ਹੋਰ UCP ਉਮੀਦਵਾਰਾਂ ਵਿੱਚ ਰਮਨ ਅਠਵਾਲ ਐਡਮਿੰਟਨ ਮਿਲ ਵੁਡਸ ਤੇ ਅੰਮ੍ਰਿਤਪਾਲ ਸਿੰਘ ਮਠਾੜੂ ਐਡਮਿੰਟਨ ਮੈਡੋਜ਼, ਅਮਨਪ੍ਰੀਤ ਸਿੰਘ ਗਿੱਲ ਕੈਲਗਰੀ, ਭੁੱਲਰ ਮੈਕਕਾਲ, ਆਰ ਸਿੰਘ ਬਾਠ ਐਡਮਿੰਟਨ, ਐਲਰਸਲਾਈ ਆਦਿ ਜਿਹੜੇ ਨਾਮ ਸ਼ਾਮਲ ਨੇ। ਕੈਨੇਡਾ ਦੀਆਂ 2 ਪ੍ਰਮੁੱਖ ਵਿਰੋਧੀ ਪਾਰਟੀਆਂ ਨੇ ਜਸਟਿਨ ਟਰੂਡੋ ਦਾ ਸੱਦਾ ਠੁਕਰਾ ਦਿੱਤਾ ਹੈ, ਜਿਸ ਰਾਹੀਂ ਵਿਸ਼ੇਸ਼ ਦੂਤ ਡੇਵਿਡ ਦੀ ਰਿਪੋਰਟ ਦੇ ਗੁਪਤ ਹਿੱਸੇ ਪੜ੍ਹਨ ਦੀ ਪੇਸ਼ਕਸ਼ ਕੀਤੀ ਗਈ ਸੀ। ਬਲੌਕ ਕਿਊਬੈਕ ਦੇ ਆਗੂ ਫਰਾਂਸਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਦੀ ਪੇਸ਼ਕਸ਼ ਨੂੰ ਇੱਕ ਟਰੈਪ ਕਰਾਰ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਵਿਛਾਏ ਹੋਏ ਜਾਲ ਵਾਂਗ ਹੈ, ਜਿਸ ਤਹਿਤ ਜੇ ਤੁਸੀਂ ਰਿਪੋਰਟ ਦੇ ਗੁਪਤ ਹਿੱਸੇ ਦੇਖਣਾ ਚਾਹੁੰਦੇ ਹੋ ਤਾਂ ਇਸ ਬਾਰੇ ਕਿਸੇ ਕੋਲ ਗੱਲ ਨਹੀਂ ਕਰ ਸਕੋਗੇ ਅਤੇ ਨਾ ਹੀ ਕੋਈ ਹੋਰ ਕਾਰਵਾਈ ਕਰਨ ਦਾ ਹੱਕ ਹੋਏਗਾ।
ਸ਼ਨਿਚਰਵਾਰ ਨੂੰ ਸਟੋਨੀ ਕ੍ਰੀਕ ਵਿੱਚ ਮਕਾਨ ਮਾਲਕ ਤੇ ਕਿਰਾਏਦਾਰਾਂ ਦਰਮਿਆਨ ਹੋਏ ਝਗੜੇ ਕਾਰਨ 3 ਵਿਅਕਤੀ ਮਾਰੇ ਗਏ। ਸਾਰਜੈਂਟ ਸਟੀਵ ਬ੍ਰਾਜ਼ੀਊਕ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਸ਼ਾਮੀ 5:30 ਵਜੇ ਤੋਂ ਬਾਅਦ ਉਹਨਾਂ ਨੂੰ ਬੌਟਨ ਸਟਰੀਟ ਦੇ ਨੇੜੇ ਜੌਨਸ ਰੋਡ ਉੱਤੇ ਸਥਿਤ ਇੱਕ ਘਰ ਵਿੱਚ ਸੱਦਿਆ ਗਿਆ। ਜਦੋਂ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਉਹਨਾਂ ਨੂੰ ਇੱਕ 27 ਸਾਲਾ ਮਹਿਲਾ ਐਜੂਕੇਸ਼ਨਲ ਅਸਿਸਟੈਂਟ ਤੇ 28 ਸਾਲਾ ਪੁਰਸ਼ ਇਲੈਕਟ੍ਰੀਸ਼ੀਅਨ ਘਰ ਦੇ ਠੀਕ ਬਾਹਰ ਮ੍ਰਿਤਕ ਮਿਲੇ। ਫਿਰ ਪੁਲਿਸ ਨੇ ਘਰ ਵਿੱਚ ਖੁਦ ਹੀ ਹਥਿਆਰਾਂ ਨਾਲ ਬੰਦ ਕਰੀ ਬੈਠੇ 57 ਸਾਲਾ ਵਿਅਕਤੀ ਨਾਲ ਗੱਲ ਕੀਤੀ, ਜਿਸ ਨੇ ਖੁਦ ਨੂੰ ਉੱਥੇ ਬੰਦ ਕੀਤਾ ਹੋਇਆ ਸੀ। ਬ੍ਰਾਜ਼ੀਊਕ ਨੇ ਦੱਸਿਆ ਕਿ ਉਹ ਮਕਾਨ ਮਾਲਕ ਸੀ ਤੇ ਕਿਰਾਏਦਾਰਾਂ ਦੇ ਘਰ ਉੱਪਰਲੀ ਯੂਨਿਟ ਵਿੱਚ ਰਹਿੰਦਾ ਸੀ। ਮਸਲੇ ਨੂੰ ਸ਼ਾਂਤਮਈ ਢੰਗ ਨਾਲ ਹੱਲ ਕਰਨ ਦੇ ਲਈ ਪੁਲਿਸ ਨੇ ਇਲਾਕਾ ਵਾਸੀਆਂ ਨੂੰ ਆਪਣੀਆਂ ਬੇਸਮੈਂਟਾਂ ਵਿੱਚ ਚਲੇ ਜਾਣ ਦੀ ਸਲਾਹ ਦਿੱਤੀ। ਪੁਲਿਸ ਨੇ ਬਿਆਨ ਵਿੱਚ ਆਖਿਆ ਕਿ ਗੱਲਬਾਤ ਦੌਰਾਨ ਮਸ਼ਕੂਕ ਨੇ ਹੈਮਿਲਟਨ ਪੁਲਿਸ ਦੀ ਹਥਿਆਰਬੰਦ ਗੱਡੀ ਉੱਤੇ ਗੋਲੀ ਚਲਾ ਦਿੱਤੀ। ਮਸ਼ਕੂਕ ਨੇ ਬਾਅਦ ਵਿੱਚ ਹੋਰ ਗੋਲੀਆਂ ਵੀ ਚਲਾਈਆਂ ਤੇ ਫਿਰ ਪੁਲਿਸ ਨੂੰ ਵੀ ਜਵਾਬੀ ਕਾਰਵਾਈ ਕਰਨੀ ਪਈ। ਇਸ ਦੌਰਾਨ ਮਸ਼ਕੂਕ ਦੀ ਮੌਤ ਹੋ ਗਈ। ਰਾਤੀ 1 ਵਜੇ ਦੇ ਨੇੜੇ-ਤੇੜੇ ਪੁਲਿਸ ਨੇ ਹਾਲਾਤ ਉੱਤੇ ਕਾਬੂ ਪਾਇਆ। ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਨੇ ਬਿਆਨ ਜਾਰੀ ਕਰਕੇ ਆਖਿਆ ਕਿ ਇਸ ਮਾਮਲੇ ਦੀ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਬ੍ਰਾਜ਼ੀਊਕ ਨੇ ਆਖਿਆ ਕਿ ਦੋਵੇਂ ਕਿਰਾਏਦਾਰ ਬੇਕਸੂਰ ਨੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਆਖਿਆ ਕਿ ਦੋਵੇਂ ਕਿਰਾਏਦਾਰ ਮਿਹਨਤੀ ਤੇ ਜਵਾਨ ਸਨ। ਉਹ ਕਿਸੇ ਵੀ ਮੁਜਰਮਾਨਾ ਗਤੀਵਿਧੀ ਵਿੱਚ ਸ਼ਾਮਲ ਨਹੀਂ ਸਨ। ਦੋਵਾਂ ਦਾ ਮੰਗਣਾ ਹੋ ਚੁੱਕਿਆ ਸੀ ਤੇ ਉਹ ਜਲਦੀ ਵਿਆਹ ਕਰਵਾਉਣ ਵਾਲੇ ਸਨ। ਉਹਨਾਂ ਨੇ ਅੰਤ ਵਿੱਚ ਆਖਿਆ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਉਦਯੋਗ ਨੂੰ ਉਤਸ਼ਾਹਿਤ ਕਰਨ ਵਾਲੇ ਅਦਾਰੇ BC ਬਿਜ਼ਨਸ ਵੱਲੋਂ ਵਿਮਨ ਆਫ ਦਾ ਈਅਰ 2023 ਅਵਾਰਡ ਦਾ ਐਲਾਨ ਕਰ ਦਿੱਤਾ ਹੈ। ਸੂਬੇ ਭਰ ਵਿੱਚ 8 ਔਰਤਾਂ ਨੂੰ ਇਹ ਸਨਮਾਨ ਦਿੱਤਾ ਗਿਆ। ਵੱਖ-ਵੱਖ ਸ਼੍ਰੇਣੀਆਂ 'ਚ ਦਿੱਤੇ ਗਏ ਇਨਾਮਾਂ 'ਚ ਰਿਚਮੰਡ ਦੀ ਜੰਪਲ ਤੇ ਇੱਕ ਪੰਜਾਬਣ ਕਿਰਨ ਦੋਸਾਂਝ ਵੀ ਸ਼ਾਮਲ ਹੈ। ਕਿਰਨ ਦੋਸਾਂਝ ਨੂੰ ਵਿਮਨ ਆਫ ਦਾ ਈਅਰ ਇਨ ਦਾ ਐਂਟਰਪ੍ਰੀਨਿਓਰਲ ਲੀਡਰ ਦਾ ਸਨਮਾਨ ਦਿੱਤਾ ਗਿਆ। BC ਬਿਜ਼ਨਸ ਵੱਲੋਂ ਵਿਮਨ ਆਫ ਦਾ ਈਅਰ ਅਵਾਰਡ ਹਰ ਸਾਲ ਉਹਨਾਂ ਔਰਤਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਆਪੋ ਆਪਣੇ ਖੇਤਰ 'ਚ ਸਮਾਜ ਅਤੇ ਵਿਸ਼ੇਸ਼ ਕਰਕੇ ਔਰਤਾਂ ਵਾਸਤੇ ਅਹਿਮ ਯੋਗਦਾਨ ਪਾਇਆ ਹੋਵੇ। OSI ਡਿਜੀਟਲ ਦੇ ਮਾਰਕੀਟਿੰਗ ਐਂਡ ਕਮਿਊਨੀਕੇਸ਼ਨਸ ਦੇ ਉਪ ਪ੍ਰਧਾਨ ਕਿਰਨ ਦੋਸਾਂਝ ਕੈਨੇਡਾ ਆਉਣ ਵਾਲੇ ਮੋਢੀ ਸਿੱਖਾਂ ਦੇ ਜੀਵਨ ਤੇ ਆਧਾਰਿਤ ਅੰਗਰੇਜ਼ੀ 'ਚ ਅਨਟੋਲਡ ਸਟੋਰੀਜ਼ ਦੀ ਸਾਊਥ ਏਸ਼ੀਅਨ ਪਾਇਨੀਅਰਸ ਇਨ BC ਨਾਂ ਦੀ ਕਿਤਾਬ ਵੀ ਲਿਖ ਚੁੱਕੀ ਹੈ। ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਔਰਤਾਂ ਦੇ ਅਧਿਕਾਰਾਂ ਤੇ ਹਮਲੇ ਹੋਏ। ਔਰਤਾਂ ਦੇ ਰੇਡੀਓ ਨੂੰ ਬੰਦ ਕਰਨ ਦੀ ਗੱਲ ਹੋਵੇ ਜਾਂ ਔਰਤਾਂ ਦੀ ਸਿੱਖਿਆ, ਤਾਲਿਬਾਨ ਦੇ ਫਰਮਾਨ ਹਮੇਸ਼ਾ ਅਫਗਾਨਿਸਤਾਨ ਦੀਆਂ ਔਰਤਾਂ ਦੇ ਹਿੱਤ ਤੋਂ ਪਰੇ ਰਹੇ। ਇਸ ਸਭ ਦੇ ਵਿਚਕਾਰ ਅਫਗਾਨ ਤਾਲਿਬਾਨ ਦੇ ਕੰਧਾਰ ਵਿੱਚ ਔਰਤਾਂ ਨੂੰ ਕੰਮ ਮੁੜ ਸ਼ੁਰੂ ਕਰਨ ਦੀ ਆਗਿਆ ਦੇਣ ਬਾਰੇ ਵਿਚਾਰ ਕਰਨ ਦੀ ਗੱਲ ਕਹੀ ਹੈ। ਇੱਕ ਪ੍ਰਮੁੱਖ ਅਫਗਾਨ ਸਹਾਇਤਾ ਸੰਗਠਨ ਦੇ ਮੁਖੀ ਨੇ ਵੀਰਵਾਰ ਨੂੰ ਕਿਹਾ ਕਿ ਤਾਲਿਬਾਨ ਅਫਗਾਨ ਔਰਤਾਂ ਨੂੰ ਦੇਸ਼ ਦੇ ਧਾਰਮਿਕ ਅਤੇ ਰਾਜਨੀਤਿਕ ਕੇਂਦਰ ਕੰਧਾਰ ਦੇ ਦੱਖਣੀ ਸੂਬੇ ਵਿੱਚ ਏਜੰਸੀ ਵਿੱਚ ਕੰਮ ਮੁੜ ਸ਼ੁਰੂ ਕਰਨ ਦੀ ਆਗਿਆ ਦੇਣ ਤੇ ਵਿਚਾਰ ਕਰਨ ਦੇ ਲਈ ਸਹਿਮਤ ਹੋ ਗਿਆ। ਇਸ ਤੋਂ ਪਹਿਲਾਂ ਦਸੰਬਰ ਦੇ ਵਿੱਚ ਅਫਗਾਨਿਸਤਾਨ 'ਚ ਤਾਲਿਬਾਨ ਨੇ ਅਫਗਾਨ ਔਰਤਾਂ ਦੇ ਗੈਰ ਸਰਕਾਰੀ ਸੰਗਠਨਾਂ ਦੇ ਵਿੱਚ ਕੰਮ ਕਰਨ ਤੇ ਪਾਬੰਦੀ ਲਗਾ ਦਿੱਤੀ। ਤਾਲਿਬਾਨ ਨੇ ਕਥਿਤ ਤੌਰ ਤੇ ਇਹ ਕਦਮ ਔਰਤਾਂ ਦੇ ਸਹੀ ਢੰਗ ਦੇ ਨਾਲ ਹਿਜਾਬ ਨਾ ਪਹਿਨਣ ਜਾਂ ਪੁਰਸ਼ਾਂ ਤੇ ਔਰਤਾਂ ਦੇ ਲਈ ਵੱਖ-ਵੱਖ ਬੈਠਣ ਦੀ ਵਿਵਸਥਾ ਨਾ ਹੋਣ ਦੇ ਮੱਦੇਨਜ਼ਰ ਚੁੱਕਿਆ ਸੀ। ਅਪ੍ਰੈਲ ਵਿੱਚ ਉਸਨੇ ਕਿਹਾ ਕਿ ਇਹ ਪਾਬੰਦੀ ਅਫਗਾਨਿਸਤਾਨ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਦਫ਼ਤਰਾਂ ਅਤੇ ਏਜੰਸੀਆਂ ਵਿੱਚ ਵੀ ਲਾਗੂ ਕੀਤੀ ਗਈ। ਹਾਲਾਂਕਿ ਸਿਹਤ ਸੰਭਾਲ ਅਤੇ ਸਿੱਖਿਆ ਵਰਗੇ ਕੁਝ ਖੇਤਰਾਂ ਵਿੱਚ ਛੋਟਾਂ ਨੇ। ਅਣਖ ਖਾਤਰ ਪਾਕਿਸਤਾਨ ਪੰਜਾਬ ਸੂਬੇ 'ਚ 20 ਸਾਲਾ ਲੜਕੀ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਘਟਨਾ ਸ਼ੁੱਕਰਵਾਰ ਨੂੰ ਲਾਹੌਰ ਤੋਂ 200 ਕਿਲੋਮੀਟਰ ਦੂਰ ਝੰਗ ਜ਼ਿਲ੍ਹੇ ਦੇ ਗੜ ਮਹਾਰਾਜਾ 'ਚ ਵਾਪਰੀ। ਜਾਂਚ ਅਧਿਕਾਰੀ ਮੁਤਾਬਕ ਬੀਤੀ 26 ਮਈ ਨੂੰ ਰਜਬ ਅਲੀ ਨੇ ਆਪਣੇ ਪੁੱਤਰਾਂ ਜਬਾਰ, ਅਮਿਰ ਤੇ ਹੋਰ ਮੈਂਬਰਾਂ ਨਾਲ ਮਿਲ ਕੇ ਧੀ ਨੂੰ ਅੱਗ ਲਾਉਣ ਤੋਂ ਪਹਿਲਾਂ ਬਹੁਤ ਕੁੱਟਿਆ ਮਾਰਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਆਪਣੀ ਮਰਜ਼ੀ ਨਾਲ ਨੌਜਵਾਨ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਇੱਕ ਦਿਨ ਪਹਿਲਾਂ ਹੀ ਉਸਨੇ ਘਰ ਛੱਡ ਦਿੱਤਾ ਤੇ ਕਥਿਤ ਤੌਰ ਤੇ ਨੌਜਵਾਨ ਦੇ ਨਾਲ ਕੁਝ ਸਮਾਂ ਬਿਤਾਇਆ। ਮੁੜਨ ਤੋਂ ਘਰ ਦੇ ਲੋਕਾਂ ਨੇ ਉਸਨੂੰ ਤੰਗ ਕੀਤਾ ਤੇ ਅੱਗ ਲਾ ਦਿੱਤੀ। ਝੁਲਸੀ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਪੁਲਿਸ ਨੇ ਪੀੜਤਾਂ ਦੇ ਪਿਤਾ, ਦੋਵੇਂ ਭਰਾਵਾਂ ਤੇ ਭੈਣਾਂ ਨੂੰ ਗ੍ਰਿਫਤਾਰ ਕਰ ਲਿਆ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਚਹਿਕਾਨ ਖੇਤਰ ਵਿੱਚ ਸ਼ਨੀਚਰਵਾਰ ਨੂੰ ਮੋਟਰਸਾਈਕਲ ਸਵਾਰ ਇੱਕ ਆਤਮਘਾਤੀ ਹਮਲਾਵਰ ਨੇ ਸੁਰੱਖਿਆ ਬਲ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਘੱਟੋ-ਘੱਟ 22 ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਜਾਣਕਾਰੀ ਅਨੁਸਾਰ ਇਹ ਧਮਾਕਾ ਇੱਕ ਆਤਮਘਾਤੀ ਹਮਲਾ ਸੀ, ਜਿਸ ਵਿੱਚ ਇੱਕ ਮੋਟਰਸਾਈਕਲ ਤੇ ਸਵਾਰ ਇੱਕ ਅਣਪਛਾਤੇ ਆਤਮਘਾਤੀ ਹਮਲਾਵਰ ਨੇ ਸੁਰੱਖਿਆ ਬਲਾਂ ਦੇ ਕਾਫਲੇ ਦੇ ਨੇੜੇ ਖੁਦ ਨੂੰ ਉਡਾ ਲਿਆ। ਇਸ ਆਤਮਘਾਤੀ ਧਮਾਕੇ ਦੇ ਵਿੱਚ ਘੱਟੋ-ਘੱਟ 22 ਸੁਰੱਖਿਆ ਕਰਮਚਾਰੀ ਜ਼ਖਮੀ ਹੋਏ ਨੇ। ਫੌਜ ਤੇ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ। ਉਹਨਾਂ ਨੇ ਕਿਹਾ ਕਿ ਕਾਫਲਾ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ਦੀ ਮਿੰਜਾ ਇਲਾਕੇ ਵੱਲ ਜਾ ਰਿਹਾ ਸੀ ਜਦੋਂ ਉਸ ਤੇ ਹਮਲਾ ਹੋਇਆ। ਆਤਮਘਾਤੀ ਹਮਲੇ ਤੋਂ ਬਾਅਦ ਤੁਰੰਤ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਸੁਰੱਖਿਆ ਕਰਮਚਾਰੀਆਂ ਨੂੰ ਡੇਰਾ ਇਸਮਾਈਲ ਖਾਨ ਦੇ ਸੰਯੁਕਤ ਫੌਜੀ ਹਸਪਤਾਲ 'ਚ ਭੇਜ ਦਿੱਤਾ ਗਿਆ, ਜਿੱਥੇ ਉਹਨਾਂ 'ਚੋਂ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਸੂਤਰਾਂ ਦੇ ਮੁਤਾਬਕ ਕਾਫਲੇ ਤੇ ਵਾਨਾ ਪੈਟਰੋਲ ਪੰਪ ਨੇੜੇ ਹਮਲਾ ਕੀਤਾ ਗਿਆ।
ਉਹਨਾਂ ਨੇ ਕਿਹਾ ਕਿ ਆਤਮਘਾਤੀ ਹਮਲਾਵਰ ਪਿੱਛੋਂ ਆਇਆ ਅਤੇ ਕਾਫਲੇ ਦੇ ਚੌਥੇ ਵਾਹਨ ਦੇ ਨੇੜੇ ਖੁਦ ਨੂੰ ਉਡਾ ਲਿਆ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਤਮਘਾਤੀ ਹਮਲਾਵਰ ਪੈਟਰੋਲ ਪੰਪ ਤੇ ਹਮਲੇ ਵਾਲੀ ਥਾਂ ਤੋਂ ਕਰੀਬ 400 ਮੀਟਰ ਦੀ ਦੂਰੀ ਤੇ ਸੁਰੱਖਿਆ ਬਲਾਂ ਦੇ ਕਾਫਲੇ ਦੀ ਉਡੀਕ ਕਰ ਰਿਹਾ ਸੀ। ਹਮਲੇ ਤੋਂ ਤੁਰੰਤ ਬਾਅਦ ਜ਼ਿਲ੍ਹਾ ਪੁਲਿਸ ਅਧਿਕਾਰੀ ਅਬਦੁਲ ਰਊਫ ਬਾਬਰ ਕੈਸਰਾਨੀ ਦੀ ਅਗਵਾਈ ਵਿੱਚ ਇੱਕ ਪੁਲਿਸ ਟੀਮ ਸੁਰੱਖਿਆ ਬਲਾਂ ਦੇ ਨਾਲ ਮੌਕੇ ਤੇ ਪਹੁੰਚ ਗਈ ਅਤੇ ਇਲਾਕੇ 'ਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।